किताब विपरन की रीत तो सच दा मार्ग भाग 28वां चौथे कांड दा 7वां भाग पैर कुहाड़ा। लेखक गुरबख्श सिंह काला अफगाना। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। सतगुरां दा फरमान है कि मनुख संगत दी रंगत जरूर फड़दा है। जिस नाल दिली प्यार होवे ਉਸ ਦੇ ਗੁਣ ਔਗਣ ਆਪਣੇ ਵਿੱਚ ਵੀ ਆ ਵਸਦੇ ਹਨ। ਜੇ ਆਪਣੇ ਇਸ਼ਟ ਨਾਲ ਹਿਰਦੇ ਤੋਂ ਸੱਚੇ ਪਿਆਰ ਨਾਲ ਉਸ ਦਾ ਸਦਾ ਸਿਮਰਨ ਕੀਤਾ ਜਾਵੇ ਤਾਂ ਭਗਤ ਦਾ ਰੂਪ ਅਤੇ ਸੁਭਾਅ ਵੀ ਉਹੋ ਜਿਹਾ ਹੀ ਹੋ ਜਾਂਦਾ ਹੈ। ਇਸ ਸਿਧਾਂਤ ਨੂੰ ਸਮਝਾਉਣ ਵਾਲੇ ਗੁਰਬਾਣੀ ਸ਼ਬਦ ਇੱਕ ਵਾਰੀ ਫਿਰ ਯਾਦ ਕਰੀਏ। ਸਤਿਗੁਰ ਸੇਵੇ ਸੋ ਜੋਗੀ ਹੋਏ, ਭੈ ਰਚ ਰਹੈ ਸੋ ਨਿਰਭੈ ਹੋਏ, जैसा सेवै तैसो होए। पन्ना 223। सो जीवत जिह जीवत जपिया, प्रगट भय नानक न छपिया। पन्ना 254। जो निर्मल सेवे सो निर्मल होवै, हौमे मैल गुर शब्दे धोवै। पन्ना 121। जिस स्यों राता तैसो होवे, सच्चे सच समाया। पन्ना नंबर 65। जिन निरभौ जिन हर निरभौ ध्याया जी, तिनका भौ सब गवासी। जिन सेविया मेरा हर जियो, ते हर हर रूप समासी। पन्ना 348। गुरदेव जी दे इस वडमुले सिद्धांत दा जे सारे सिखां नूं पता नहीं हो सकदा सी तां जिन्हां जथेदारां दी सौंपणी विच सिख पंथ ਦਾ ਸਿਆਸੀ ਧਾਰਮਿਕ ਅਤੇ ਸਮਾਜੀ ਭਵਿੱਖ ਹੋਣਾ ਹੋਵੇ, ਉਹਨਾਂ ਨੂੰ ਵੀ ਗੁਰਮਤਿ ਸਿਧਾਂਤਾਂ ਦੀ ਪੂਰੀ ਜਾਣਕਾਰੀ ਨਾ ਹੋਣੀ ਵੱਡੀ ਬਦਕਿਸਮਤੀ ਵਾਲੀ ਗੱਲ ਹੁੰਦੀ ਹੈ। ਪੰਥ ਦੇ ਜਥੇਦਾਰਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਮਨੁੱਖ ਦੀਆਂ ਜਿਨ੍ਹਾਂ ਖੁਨਾਮੀਆਂ ਅਥਵਾ ਕਮਜ਼ੋਰੀਆਂ ਨੂੰ ਮਨੁੱਖਤਾ ਲਈ ਹਾਨੀਕਾਰਕ ਔਗਣ ਸਮਝ ਕੇ ਗੁਰਦੇਵ ਜੀ ਨੇ ਅਣਗਿਣਤ ਗੁਰਬਾਣੀ ਸ਼ਬਦਾਂ ਦੁਆਰਾ ਖੰਡਨ ਕੀਤਾ ਹੋਇਆ ਹੈ, ਉਹਨਾਂ ਸਾਰੇ ਉਗਰ ਪਾਪਾਂ ਨੂੰ ਗੁਣ ਸਮਝ ਕੇ ਬ੍ਰਾਹਮਣ ਨੇ ਆਪਣੇ ਦੇਵੀ ਦੇਵਤਿਆਂ ਅਤੇ ਅਵਤਾਰਾਂ ਵਿੱਚ ਦਰਸਾ ਕੇ ਹਜ਼ਾਰਾਂ ਸਾਲਾਂ ਤੋਂ ਉਹਨਾਂ ਦਾ ਸਿਮਰਨ ਬੜੀ ਸ਼ਰਧਾ ਨਾਲ ਕਰਨਾ ਆਰੰਭਿਆ ਹੋਇਆ ਹੈ। ਇਸ ਕਾਰਨ ਉਹ ਸਾਰਾ ਕੁਝ ਕੌਮੀ ਤੌਰ ਤੇ ਨਿੱਜੀ ਰੂਪ ਦੀ ਗੱਲ ਨਹੀਂ, ਬ੍ਰਾਹਮਣ ਅਥਵਾ ਹਿੰਦੂ ਦੇ ਆਚਰਣ ਵਿੱਚ ਸਮਾ ਚੁੱਕਾ ਹੈ। ਅਤੇ ਕਲਗੀਧਰ ਜੀ ਦੀ ਕਰੜੀ ਤਾੜਨਾ ਦਾ ਸਪਸ਼ਟ ਅਰਥ ਇਹ ਵੀ ਸੀ ਕਿ ਕਿਸੇ ਵੀ ਅਜਿਹੇ ਮਨੁੱਖ ਦਾ ਇਤਬਾਰ ਨਾ ਕੀਤਾ ਜਾਵੇ ਜਿਹੜਾ ਵਿਪਰਨ ਕੀ ਰੀਤ ਦਾ ਧਾਰਨੀ ਹੋਵੇ। ਸਰਬ ਸ਼੍ਰੇਸ਼ਟ ਮਹੱਤਤਾ ਵਾਲੀ ਗੱਲ ਇਹ ਹੈ ਕਿ 1947 ਦੀ ਦੇਸ਼ ਦੀ ਵੰਡ ਸਮੇਂ ਦੀ ਸੰਧੀ ਕਿਸੇ ਬ੍ਰਾਹਮਣ ਜਾਂ ਹਿੰਦੂ ਨਾਲ ਨਿੱਜੀ ਰੂਪ ਵਿੱਚ ਨਹੀਂ ਸਗੋਂ ਕੌਮੀ ਤੌਰ ਤੇ ਕੀਤੀ ਜਾਣੀ ਸੀ। ਭਾਈ ਮਰਦਾਨੇ ਦੀ ਬਰਾਦਰੀ ਮੁਸਲਮਾਨਾਂ ਨੇ ਹਿੰਦੂ ਦੀ ਕਿਸੇ ਗੱਲ ਦਾ ਇਤਬਾਰ ਕਰ ਲੈਣਾ ਆਤਮ ਹੱਤਿਆ ਕਰ ਲੈਣ ਤੁੱਲ ਸਮਝਿਆ ਅਤੇ ਅਡਰਾ ਸੁਤੰਤਰ ਦੇਸ਼ ਬਣਾ ਕੇ ਬੈਠ ਗਏ। ਇੱਧਰ ਸਿੱਖ ਲੀਡਰਾਂ ਨੇ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਇੱਕ ਗੱਲ ਨਾ ਸੁਣੀ ਅਤੇ ਕਲਗੀਧਰ ਜੀ ਦੀ ਤਾੜਨਾ ਨੂੰ ਕਿਸੇ ਐਰੇ ਗੈਰੇ ਦਾ ਫਰਮਾਨ ਸਮਝ ਕੇ ਸਿੱਧੀ ਵਿਪਰ ਭਾਵ ਬ੍ਰਾਹਮਣ ਨਾਲ ਹੀ ਕੌਮੀ ਸੰਧੀ ਕਰਕੇ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਲਿਆ। ਜਦ ਰਾਜ ਸੱਤਾ ਮਿਲਦਿਆਂ ਸਾਰ ਸਿੰਘਾਂ ਨਾਲ ਕੀਤੇ ਬਚਨਾਂ ਤੋਂ ਮੁੱਕਰ ਕੇ ਬ੍ਰਾਹਮਣੀ ਸਰਕਾਰ ਨੇ ਆਪਣੇ ਬ੍ਰਾਹਮਣੀ ਧਰਮ ਦੀ ਪਾਲਣਾ ਕਰਨ ਦਾ ਪੁੰਨ ਖੱਟ ਕੇ ਪਿਛਲੇ ਪਾਪਾਂ ਦਾ ਨਾਸ਼ ਕਰ ਲਿਆ ਤਾਂ ਗੁਰੂ ਦੇ ਸਿੱਖਾਂ ਨੇ ਗੁਰੂ ਦੇ ਬਚਨਾਂ ਅਨੁਸਾਰ ਚੱਲਣ ਵਾਲੀ ਸੁਰਤ ਫੇਰ ਵੀ ਨਾ ਫੜੀ। ਸਰਕਾਰ ਨੂੰ ਦੁਸ਼ਮਣ ਘੋਸ਼ਿਤ ਕਰਕੇ ਉਸ ਨਾਲੋਂ ਕੌਮੀ ਪੱਧਰ ਤੇ ਸਮਾਜਿਕ ਸਬੰਧ ਤੋੜਦਿਆਂ ਹਰ ਕਿਸਮ ਦਾ ਲੈਣ ਦੇਣ ਅਤੇ ਵਣਜ ਵਪਾਰ ਬੰਦ ਕਰ ਲੈਣਾ ਸੀ। ਰਾਜਨੀਤਿਕ ਸਬੰਧ ਤੋੜਦਿਆਂ ਫੌਜੀ ਨੌਕਰੀ ਸਮੇਤ ਸਾਰੀਆਂ ਨੌਕਰੀਆਂ ਦਾ ਤਿਆਗ ਕਰ ਦੇਣਾ ਚਾਹੀਦਾ ਸੀ। ਵਕੀਲਾਂ ਤੱਕ ਅਦਾਲਤੀ ਕੰਮਾਂ ਨੂੰ ਤਿਆਗ ਦਿੰਦੇ। ਜ਼ਿਮੀਂਦਾਰ ਸਿਰਫ ਓਨਾ ਹੀ ਅਨਾਜ ਪੈਦਾ ਕਰਦਾ ਜਿੰਨੇ ਨਾਲ ਕੌਮ ਦੇ ਹਰ ਵਿਹਲੇ ਹੋ ਚੁੱਕੇ ਗੁਰਸਿੱਖ ਦਾ ਢਿੱਡ ਭਰ ਸਕਦਾ। ਨਿੱਜੀ ਤੌਰ ਤੇ ਹਰ ਹਿੰਦੂ ਨੂੰ ਆਪਣਾ ਭਰਾ ਅਤੇ ਸੱਜਣ ਕਹਿੰਦੇ, ਮੰਦਾ ਸ਼ਬਦ ਮੂੰਹੋਂ ਨਾ ਬੋਲਦੇ। ਮੰਗ ਕੇਵਲ ਅਤੇ ਕੇਵਲ ਇੱਕੋ ਹੁੰਦੀ ਕਿ ਹਿੰਦ ਸਰਕਾਰ ਸਾਡੀ ਦੁਸ਼ਮਣ ਹੈ
ਅਸਾਂ ਇਸ ਦੇ ਅਧੀਨ ਨਹੀਂ ਰਹਿਣਾ। ਜਾਂ ਸਾਨੂੰ ਸਾਰਿਆਂ ਨੂੰ ਮਾਰ ਦਿਓ ਜਾਂ ਸਾਡੇ ਹੱਕ ਦਾ ਸੁਤੰਤਰ ਥਾਂ ਸਾਨੂੰ ਦੇ ਦਿਓ। ਸ਼ਹੀਦੀਆਂ ਦੀ ਘੜੀ ਆ ਬਣਦੀ ਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ, ਸ਼ਹੀਦੀਆਂ ਦੀ ਅਜਿਹੀ ਝੜੀ ਲਾ ਦਿੰਦੇ ਕਿ ਦੁਨੀਆ ਦੇ ਸਾਰੇ ਰਾਜ ਵਾਹ ਵਾਹ ਪੁਕਾਰ ਉੱਠਦੇ। ਕਿਉਂਕਿ ਮਰਨਾ ਹੀ ਸੂਰਮਤਾਈ ਹੈ, ਕਿਸੇ ਨੂੰ ਮਾਰ ਦੇਣਾ ਘਟੀਆ ਕਿਸਮ ਦੀ ਬੁਜ਼ਦਿਲੀ ਹੈ। ਅਜਿਹੇ ਸਿਦਕ ਦੇ ਕਾਰਨ ਹੀ ਤੇਜ ਪ੍ਰਤਾਪ ਖਾਲਸੇ ਦੇ ਪੈਰ ਚੁੰਮੇ ਸਨ। ਅੱਜ ਵੀ ਤੇਜ ਪ੍ਰਤਾਪ ਥਾਲੀ ਵਿੱਚ ਟਿਕਿਆ ਹਾਜ਼ਰ ਹੋ ਸਕਦਾ ਸੀ, ਪਰ ਅਜਿਹੀ ਵਿਚਾਰ ਨਾਲ ਜੁੜੇ ਰਹਿਣ ਵਾਲਾ ਅਟਲ ਸਿਦਕ ਅਤੇ ਸੰਤੋਖ ਤਦ ਹੀ ਆ ਸਕਦਾ ਸੀ ਜੇ ਗੁਰੂ ਨੂੰ ਪਿੱਠ ਦੇ ਵਿਪਰਨ ਕੀ ਰੀਤ ਦੇ ਧਾਰਨੀ ਨਾ ਬਣ ਚੁੱਕੇ ਹੁੰਦੇ। ਸਟੇਜਾਂ ਤੋਂ ਕੀਤੇ ਪ੍ਰਚਾਰ ਰਾਹੀਂ, ਅਖਬਾਰਾਂ ਵਿੱਚ ਛਪਵਾਏ ਬਿਆਨਾਂ ਰਾਹੀਂ ਅਤੇ ਕਿਤਾਬਾਂ ਵਿੱਚ ਲਿਖੇ ਬੜੇ ਪ੍ਰਭਾਵਸ਼ਾਲੀ ਲੇਖਾਂ ਰਾਹੀਂ ਸਰਕਾਰ ਦੇ ਧੱਕਿਆਂ ਅਤੇ ਵਧੀਕੀਆਂ ਦੇ ਰੋਣੇ ਬੇਅੰਤ ਵਾਰ ਰੋਏ ਅਤੇ ਹਿੰਦੂ ਸਰਕਾਰ ਨੂੰ ਹਰ ਥਾਂ ਵੱਡੀ ਦੁਸ਼ਮਣ ਵੀ ਕਿਹਾ ਅਥਵਾ ਲਿਖਿਆ। ਪਰ ਦਿਲੋਂ ਉਸ ਨੂੰ ਰੁੱਸੀ ਹੋਈ ਗਊ ਮਾਂ ਹੀ ਸਮਝ ਕੇ ਡੈਪੂਟੇਸ਼ਨਾਂ ਰਾਹੀਂ ਮੁੱਢਲੇ ਸਿੰਘਾਂ ਦੇ ਕਾਰਨਾਮਿਆਂ ਦੇ ਡਰਾਵੇ ਅਥਵਾ ਧਮਕੀਆਂ ਦੇ ਕੇ ਮੋਰਚੇ ਲਾ ਕੇ ਅਤੇ ਅੰਦਰ ਖਾਤੇ ਵਾਲੇ ਕਈ ਢੰਗਾਂ ਨਾਲ ਸਰਕਾਰ ਮਾਂ ਨੂੰ ਪਸਮਾ ਕੇ ਡੋਕੇ ਚੁੰਘ ਸਕਣ ਦੇ ਹੀ ਯਤਨ ਹੁੰਦੇ ਰਹੇ। ਸਰਕਾਰ ਹਰ ਵਾਰ ਬਚਨ ਕਰਕੇ ਮੁਕਰਨ ਦਾ ਪੁੰਨ ਖੱਟਦੀ ਰਹੀ ਅਤੇ ਕਲਗੀਧਰ ਦਾ ਸਿੱਖ ਹਰ ਵਾਰ ਉਸ ਤੇ ਇਤਬਾਰ ਕਰਕੇ ਆਪਣੇ ਗੁਰੂ ਕੋਲੋਂ ਹੋਰ ਤੋਂ ਹੋਰ ਬੇਮੁਖ ਹੋ ਕੇ ਦੂਰ ਤੋਂ ਦੂਰ ਹੁੰਦਾ ਗਿਆ। ਅੱਜ ਤਾਈਂ ਹਰ ਇੱਕ ਮੋਰਚੇ ਦਾ ਅੰਤ ਸਰਕਾਰ ਗਊ ਪਸਮ ਪਈ, ਸਰਕਾਰ ਗਊ ਫਿਰ ਡੋਕੇ ਚੜਾ ਗਈ ਅਥਵਾ ਮਸਾਂ ਡੋਕੇ ਹੀ ਚੁੰਘ ਸਕੇ ਵਾਲੇ ਡਰਾਮੇ ਤੇ ਹੀ ਹੋਈ ਜਾ ਰਿਹਾ ਹੈ। ਸਿੱਖਾਂ ਦਾ ਜਥੇਦਾਰ ਤ੍ਰਿਸ਼ਨਾਲੂ ਅਤੇ ਸੁਆਰਥੀ ਸਿਆਸਤਦਾਨ ਬਣ ਚੁੱਕਾ ਹੈ। ਅੱਜ ਵੀ ਸ਼ਾਹ ਮੁਹੰਮਦ ਦੀ ਉਹੀ ਆਵਾਜ਼ ਕੂਕ ਰਹੀ ਹੈ। ਸ਼ਾਹ ਮੁਹੰਮਦਾ ਪੁੱਛਦੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾ ਆਏ, ਘਰੋਂ ਗਏ ਫਿਰੰਗੀਆਂ ਦੇ ਮਾਰਨੇ ਨੂੰ ਸਗੋਂ ਚਾਬੀਆਂ ਹੱਥ ਫੜਾ ਆਏ। ਪੰਥ ਦਾ ਲੀਡਰ ਅੱਜ ਤਾਈਂ ਹਿੰਦੂ ਨਾਲ ਸੰਧੀ ਕਰਕੇ ਉਸ ਤੇ ਇਤਬਾਰ ਕਰਨ ਦੀ 1947 ਵਾਲੀ ਭੁੱਲ ਨੂੰ ਦੁਹਰਾਈ ਜਾਣ ਤੇ ਅੜਿਆ ਹੋਇਆ ਹੈ। ਪਰ ਹਰ ਵਾਰੀ ਆਖਣਾ ਇਹੀ ਪਵੇਗਾ, ਦਿੱਲੀ ਗਏ ਸਵਾਰਨ ਸੀ ਕਾਰਜਾਂ ਨੂੰ, ਪੈਰੀ ਫੇਰ ਕੁਹਾੜਾ ਹੀ ਮਾਰ ਆਏ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 28ਵਾਂ, ਚੌਥੇ ਕਾਂਡ ਦਾ 7ਵਾਂ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।